Good morning students. In this lecture we discuss time series analysis. Now we discuss second method of time series analysis is semi-average method. The semi-average method can be applied in case of two situations. First is number of years in a series is even and second is when number of years in a series is odd. फर्स्ट सिचुएशन ਅਸੀਂ ਆਪਣੇ ਪ੍ਰੀਵੀਅਸ ਲੈਕਚਰ ਵਿੱਚ ਡਿਸਕਸ ਕਰ ਸਕੇ ਹਾਂ ਕਿ ਜਦੋਂ ਸੀਰੀਜ਼ ਦੇ ਵਿੱਚ ਨੰਬਰ ਆਫ ਈਅਰ ਈਵਨ ਸੀ। ਹੁਣ ਅਸੀਂ ਸੈਕੰਡ ਕੇਸ ਆਫ ਸਿਚੁਏਸ਼ਨ ਨੂੰ ਡਿਸਕਸ ਕਰਾਂਗੇ ਵੈਨ ਨੰਬਰ ਆਫ ਈਅਰ ਕੀ ਹੋਣਗੇ ਓਡ। ਨਾ ਫਸਟ ਐਗਜ਼ਾਮਪਲ ਆ ਵੈਨ ਨੰਬਰ ਆਫ ਸੀਰੀਜ਼ ਇਨ ਹੈ ਓਡ ਇਜ਼ ਈਅਰਸ ਗਿਵਨ ਆ 2005 2006 2007 2008 2009 2010 11 12 and 13 production 23 27 28 22 29 31 29 34 and 22 ਹੁਣ ਇਹ ਕੀ ਨੰਬਰ ਆਫ ਈਅਰਸ ਓਡ ਆ 1 2 3 4 5 6 7 8 9 ਆ। ਅਗਰ ਈਵਨ ਹੁੰਦੇ ਦੈਟ ਇਜ਼ ਅਗਰ 8 ਹੁੰਦੇ 4 4 ਵਿੱਚ ਡਿਵਾਈਡ ਹੋ ਜਾਣੇ ਸੀ। ਠੀਕ ਹੈ, ਹੁਣ ਇਹ ਕੀ ਆ ਓਡ ਆ, ਇਸ ਲਈ ਅਸੀਂ ਕੀ ਕਰਾਂਗੇ ਜਿਹੜੀ ਮਿਡਲ ਵਾਲੀ ਵੈਲਿਊ ਆ ਰੈਸਟ ਉਸ ਨੂੰ ਛੱਡ ਦੇਵਾਂਗੇ। 9 ਆ ਇਸ ਲਈ ਦੈਟ ਇਜ਼ 1 2 3 4 ਇਹ ਲੈ ਲੈ ਨੀਚੋਂ 4 ਲੈ ਲਾਂਗੇ 1 2 3 4 ਜਿਹੜੀ ਮਿਡਲ ਵਾਲੀ ਵੈਲਿਊ ਸੀ ਉਸ ਨੂੰ ਛੱਡਾਂਗੇ। ਠੀਕ ਹੈ, ਨੀਚੋਂ ਨਹੀਂ ਛੱਡਣਾ, ਸੈਂਟਰ ਵਾਲੀ ਵੈਲਿਊ ਨੂੰ ਛੱਡਣਾ। ਉਸ ਤੋਂ ਬਾਅਦ ਕੀ ਆ 4 ਈਅਰਸ ਟੋਟਲ। ਹੁਣ ਅਸੀਂ ਇਹਨਾਂ 4 ਸਾਲਾਂ ਦੇ ਪ੍ਰੋਡਕਸ਼ਨ ਦਾ ਟੋਟਲ ਕਰਾਂਗੇ 23 27 28 ਪਲੱਸ 29 ਇਜ਼ ਇਕੁਅਲ ਟੂ 100 ਅਗੇਨ 31 29 34 ਐਂਡ 22 ਦਾ 4 years total production ਕੀ ਹੋਏਗਾ 116। now semi average ਕੀ ਆਏਗਾ that is 100 divided by 4 116 divided by 4 is equal to 25 and is equal to 29। now middle year ਕੀ ਆਏਗਾ 2005 2006 2007 and 2008 the mid year क्या होगा 2006.5 and next is 2011.5। ਹੁਣ ਕੀ ਅਸੀਂ ਇਸ ਦਾ ਬਣਾਉਣੀ ਹੈ ਟ੍ਰੈਂਡ ਲਾਈਨਸ ਇਸ ਤੋਂ ਫਾਈਂਡ ਆਊਟ ਕਰਨੀ ਹੈ ਸੈਮੀ ਐਵਰੇਜ ਮੈਥਡ ਤੋਂ। ट्वेंटी 21 22 23 24 25 26 27 28 29 30 31 32 33 and 34। इस साइड क्या होंगे ईयर्स 2005 2006 2007 2008 2009 2010 11 12 and 2013। ਹੁਣ 2005 ਦੇ ਵਿੱਚ ਜਿਹੜਾ ਪ੍ਰੋਡਕਸ਼ਨ ਸੀ ਉਹ ਕਿੰਨਾ ਸੀ 23। 2006 ਦੇ ਵਿੱਚ 27 2007 ਦੇ ਵਿੱਚ 28 2008 ਦੇ ਵਿੱਚ 22 ਸੀ 2009 ਦੇ ਵਿੱਚ 29 and 2010 ਦੇ ਵਿੱਚ 31
2011 ਦੇ ਵਿੱਚ 2010 ਦੇ ਵਿੱਚ 31, 2011 ਵਿੱਚ 29, 2012 ਦੇ ਵਿੱਚ 34 ਐਂਡ 2013 ਦੇ ਵਿੱਚ 22। ਹੁਣ ਇਹਨਾਂ ਸਾਰੇ ਡਾਟਸ ਨੂੰ ਕੀ ਕਰਾਂਗੇ, ਜੁਆਇਨ ਕਰਾਂਗੇ। ਪਹਿਲਾ 2006, ਫਿਰ 2007 ਵਿੱਚ ਦਿਸ, 2008 ਦੇ ਵਿੱਚ ਡਾਊਨਵਰਡਸ, 2009 ਵਿੱਚ ਦਿਸ एक ही है एक्चुअल लाइन। ਹੁਣ ਕੀ ਸੀ ਬਣਾएंगे ट्रेंड लाइन्स। ट्रेंड लाइन्स की ਹੁੰਦੀ ਆ ਜਿਹੜੀ ਕਿ ਮਿਡਲ ਦੇ ਵਿੱਚੋਂ ਨਿਕਲਦੀ ਆ। 2006.5 ਦੇ ਵਿੱਚ ਜਿਹੜਾ ਪ੍ਰੋਡਕਸ਼ਨ ਕਿੰਨਾ ਸੀ, ਸੇਲ 25। 2006.5 ਦੇ ਵਿੱਚ ਪ੍ਰੋਡਕਸ਼ਨ ਇਜ਼ 25। ਨੈਕਸਟ 2011.5 ਦੇ ਵਿੱਚ ਕਿੰਨਾ ਸੀ 29। 11.5 29। ਹੁਣ ਇਹਨਾਂ ਦੋਨੋਂ ਡਾਟਸ ਨੂੰ ਅਸੀਂ ਕੀ ਕਰਾਂਗੇ, ਜੁਆਇਨ ਕਰਾਂਗੇ। ਇਹ ਕੀ ਹੈ, ਟ੍ਰੈਂਡ ਲਾਈਨ। ਸੈਕਿੰਡ ਐਗਜ਼ਾਮਪਲ, ਜਦੋਂ ਨੰਬਰ ਆਫ ਸੀਰੀਜ਼ ਓਡ ਹੁੰਦੀਆਂ ਲਾਈਕ 5, 7 ਅਤੇ 9, ਦੈਨ ਪ੍ਰੋਬਲਮਸ ਆਉਂਦੀ ਆ ਸੀਰੀਜ਼ ਨੂੰ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰਨ ਦੇ ਟਾਈਮ। ਇਨ ਸੱਚ ਕੇਸਿਸ ਅਸੀਂ ਕੀ ਕਰਦੇ ਹਾਂ, ਜਿਹੜੀ ਮਿਡਲ ਫਿਗਰ ਆ, ਮਿਡਲ ਈਅਰਸ ਵਾਲੀ ਫਿਗਰਸ ਆ, ਉਸਨੂੰ ਡਰੋਪਡ ਆਊਟ ਕਰ ਦਿੰਦੇ ਹਾਂ। ਈਅਰਸ 981, 1982, 83, 1984, 1985, 1986 and 1987। प्रॉफिट्स गिवन है तुहानू 20, 22, 27, 26, 30, 29 and 40। ਹੁਣ ਅਸੀਂ ਕੀ फाइंड आउट करना, सैमी टोटल। पहले ईयर्स देखने आ, ईवन आ ਜਾਂ ओड आ, 1 2 3 4 5 6 7, एक ही आ ओड, इसलिए ਅਸੀਂ ਕੀ ਕਰਾਂਗੇ, मिडल वाली फिगर ਨੂੰ ड्रॉप्ड आउट करांगे। दैट मीनस इक्वल पार्ट्स ਵਿੱਚ ਕਿਵੇਂ डिवाइड हो गया, 3 3 ਦੇ ਵਿੱਚ। मिडल वाली ਨੂੰ ਅਸੀਂ ਕੀ ਕਰਾਂਗੇ, ड्रॉप आउट। ਹੁਣ 20 + 22 + 27 is equal to 69 and 30, 29 + 40 is equal to 99। इसे की फाइंड आउट करेंगे, सेमी एवरेज। सेमी एवरेज इज 69, क्योंकि 3 फिगर्स नू दा टोटल करके 69 बने, इसलिए डिवाइड भी करना किन्ने ना करेंगे, 3 के नाल। 99 डिवाइडेड बाय 3 is equal to 33 and 69 divided by 3 is equal to 23। मिडल ईयर क्या आएगा, 1982। इन 3 ईयर्स का मिड ईयर अगेन 1986। हुण असीं की बनावांगे, ट्रेंड लाइन बाय सैमी एवरेज मैथड। फ्री हैंड ਦੇ ਵਿੱਚ ਜਿਹੜੇ ਅਸੀਂ ਟ੍ਰੈਂਡ ਲਾਈਨਸ ਬਣਾਉਂਦੇ ਹਾਂ, ਫਿਗਰਸ ਨੂੰ ਪਲੋਟ ਕਰਕੇ ਡਾਇਗਰਾਮ ਤੇ ਫ੍ਰੀ ਹੈਂਡ ਤੇ ਜਿਹੜੀ ਮਿਡਸ ਦੇ ਵਿੱਚ ਜਾਂਦੀ ਹੈ ਐਜ਼ ਇਟ ਇਜ਼ ਬਣਾ ਦਿੰਦੇ ਹਾਂ। ਟ੍ਰੈਂਡ ਲਾਈਨਸ ਜਿਹੜੀ ਬਾਈ ਸੈਮੀ ਐਵਰੇਜ ਮੈਥਡ ਵਿੱਚ ਬਣਾਉਂਦੇ ਹਾਂ, ਉਹ ਸੈਮੀ ਐਵਰੇਜ ਨੂੰ ਫਾਈਂਡ ਆਊਟਸ ਕਰਕੇ ਵੈਲਿਊ ਨੂੰ ਉਸ ਦੇ ਅਕੋਰਡਿੰਗ ਬਣਾਉਂਦੇ ਹਾਂ। (1981, 1982, 1983, 1984, 1985, 1986 and 1987।
20, 25, 30, 35 and 40। 1981 ਦੇ ਵਿੱਚ ਜਿਹੜਾ ਕਿੰਨਾ ਪ੍ਰੋਫਿਟ ਸੀ, ਦੈਟ ਇਜ਼ 20। 1982 ਦੇ ਵਿੱਚ ਸੀਗਾ 22। 1983 ਦੇ ਵਿੱਚ 27। 1984 ਦੇ ਵਿੱਚ 26। 1985 30। 1986 ਦੇ ਵਿੱਚ ਸੀ 29। ਐਂਡ 1987 ਦੇ ਵਿੱਚ 40। ਇੱਕ ਹੀ ਹੈ ਐਕਚੁਅਲ ਲਾਈਨ। ਹੁਣ ਅਸੀਂ ਕੀ ਬਣਾਵਾਂਗੇ, ਟ੍ਰੈਂਡ ਲਾਈਨਸ। 1982 ਦੇ ਵਿੱਚ ਸੈਮੀ ਐਵਰੇਜ ਦੀ ਵੈਲਿਊ ਕਿੰਨੀ ਹੈ, 23। 1982 ਦੇ ਵਿੱਚ 23 ਐਂਡ 1986 ਦੇ ਵਿੱਚ ਕਿੰਨੀ ਹੈ, 33। This is a trend line. अगर इनके सम दे नाल ये हुंदा कि also estimate the profit for the year of 1988। estimate profit for the year 1988 कि 1988 ਦੇ ਲਈ ਪ੍ਰੋਫਿਟ ਨੂੰ ਐਸਟੀਮੇਟ ਕਰਨਾ। ਉਹ ਅਸੀਂ ਕਿਸ ਤਰ੍ਹਾਂ ਕਰਾਂਗੇ, ਟ੍ਰੈਂਡ ਲਾਈਨਸ ਦੇ ਅਕੋਰਡਿੰਗ। 1987 ਤੋਂ ਬਾਅਦ ਕੀ ਆਏਗਾ, 1988 ਕਿ ਆਲਮੋਸਟ ਡੈਟ ਇਜ਼ ਇਹ ਕਿੱਥੇ ਟੱਚ ਕਰੇਗਾ, ਇਸ ਜਗ੍ਹਾ ਤੇ ਟ੍ਰੈਂਡ ਲਾਈਨਸ ਨੂੰ। कि ऑलमोस्ट प्रॉफिट की आएगा 37। द एस्टिमेटेड प्रॉफिट फॉर द ईयर 1988 इज इक्वल टू ₹37,000। क्योंकि जो प्रॉफिट आ 1000 विच गिवन है, इसलिए असी जो अगर नैक्सट ईयर का प्रॉफिट फाइंड आउट करना, उसी किस तरह करेंगे, ट्रेंड्स लाइन्स के अकॉर्डिंग। क्योंकि 1988 जी ट्रेंड्स लाइन्स इस जगह पर टच कर रही है, उसके अकॉर्डिंग असी दसांगे कि जो प्रॉफिट हो रहा वो कितना हो रहा, 37 हो रहा 1988 के विच। इस तरह सैमी एवरेज जो मैथड आ वो दो केसिस के एप्लीकेबल होंगे, वैन सीरीज़ इज़ ईवन एंड वैन सीरीज़ इज़ ओड। ईवन सीरीज़ के पॉसीबल आ इक्वल पार्ट्स के डिवाइड हो जाना ईजीली, बट जो ओड सीरीज़ आ उस लाइक 5, 7 या 9 के नंबर ऑफ ईयर्स गिवन है। दैन असी की करना, मिडल फिगर को ड्रॉप आउट करना, लास्ट वाली फिगर को ड्रॉप आउट नहीं करना, दैन थोड़ा आंसर गलत आएगा। ट्रेंड लाइन्स ठीक है, जी मिडल फिगर आ उसनों ड्रॉप आउट करना। हुण इस विच कितनी सी 7 सी, 3 विच डिवाइड कर दिता, जी लास्ट वाली 7 बची वो की उन्होंने ड्रॉप आउट कर दिता भी मिडल वाली नूं। अगर इसी तरह 9 सीगियां तो 9 विचों असीं 4 अपर वालियां 4 ले लिया, नीचे वालियां जी मिडल वाली सी उसनों ड्रॉप आउट कर देना। सेम इसी तरह अगर 5 आ, 2 उपर वालियां लैनियां, 2 नीचे वालियां, मिडल वाली नूं ड्रॉप आउट कर देना।